ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ। ਇੰਡੀਆ 'ਚ ਅੱਜ ਕੱਲ ਫੁੱਲ ਚਰਚਾ। ਇਹ ਗਾਣੇ ਦੇ ਬੋਲ ਤੁਸੀਂ ਹੁਣ ਤੱਕ ਜ਼ਰੂਰ ਸੁਣ ਲਏ ਹੋਣਗੇ ਕਿ ਆਈਲੈਟਸ ਚੋਂ ਬੈਂਡ 7 ਕੁੜੀ ਦੇ ਕੰਮ ਨੂੰ ਨਹੀਂ ਲੱਗੇ ਕਦੇ ਹੱਥ ਕੁੜੀ ਦੇ। ਮੀਡੀਆ 'ਚ ਅੱਜ ਕੱਲ ਫੁੱਲ ਚਰਚਾ, ਮੁੰਡੇ ਵਾਲਿਆਂ ਨੇ ਸਾਰਾ ਕੀਤਾ ਖਰਚਾ। ਭੁੱਲ ਗਈ ਕੈਨੇਡਾ 'ਚ ਪੈਰ ਧਰ ਕੇ 22 ਸਾਲਾ ਪੁੱਤ ਸਲਫਾਸ ਖਾ ਗਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਸੂਝਵਾਨ ਲੋਕ ਚਿੰਤਿਤ ਨੇ, ਕਿਉਂਕਿ ਪੰਜਾਬ ਦੀ ਜਵਾਨੀ ਜਿੱਥੇ ਨਸ਼ਿਆਂ ਪਿੱਛੇ ਲੱਗ ਕੇ ਖਰਾਬ ਹੋ ਰਹੀ ਹੈ, ਉੱਥੇ ਹੀ ਬਾਹਰ ਜਾਣ ਦਾ ਸੁਪਨਾ ਲੈ ਕੇ ਬੈਠੇ ਵੀ ਕਈ ਪਤੀ ਆਪਣੀ ਜ਼ਿੰਦਗੀਆਂ ਤੋਂ ਹੱਥ ਧੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਪਤਨੀਆਂ ਉਹਨਾਂ ਨੂੰ ਧੋਖਾ ਦੇ ਰਹੀਆਂ ਨੇ, ਜਿਸ ਕਰਕੇ ਉਹ ਮਰਨ ਦੇ ਲਈ ਮਜਬੂਰ ਹੋ ਰਹੇ ਨੇ। ਅਜਿਹਾ ਮਾਮਲਾ ਆਇਆ ਸਾਹਮਣੇ ਜਿਸ ਦੇ ਵਿੱਚ ਕਿ ਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਲਾਡੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ, ਆਪਣੀ ਜਾਨ ਗਵਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਬੇਅੰਤ ਕੌਰ ਤੇ ਨਾ ਸਿਰਫ 420 ਦਾ ਸਗੋਂ 306 ਦਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਕਈ ਜਥੇਬੰਦੀਆਂ ਦੇ ਵੱਲੋਂ ਲਵਪ੍ਰੀਤ ਲਾਡੀ ਦੇ ਪਰਿਵਾਰ ਦਾ ਸਾਥ ਦਿੱਤਾ ਜਾ ਰਿਹਾ ਸੀ, ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਰਵਿੰਦਰ ਗਰੇਵਾਲ ਦੇ ਇੱਕ ਗਾਣੇ ਦੇ ਵਿੱਚ। ਜਵਾਨੀ 84 ਤੋਂ ਲੈ ਕੇ 2021 ਇਸ ਗਾਣੇ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਹਾਲਾਤ ਬਦਲਦੇ ਜਾ ਰਹੇ ਨੇ ਅਤੇ ਨੌਜਵਾਨਾਂ ਦੇ ਉੱਪਰ ਇਸ ਦਾ ਕੀ ਅਸਰ ਪੈ ਰਿਹਾ ਹੈ। ਇਹ ਗਾਣੇ ਦੇ ਬੋਲ ਤੁਸੀਂ ਹੁਣ ਤੱਕ ਜ਼ਰੂਰ ਸੁਣ ਲਏ ਹੋਣਗੇ ਕਿ ਆਈਲੈਟਸ ਚੋਂ ਬੈਂਡ 7 ਕੁੜੀ ਦੇ ਕੰਮ ਨੂੰ ਨਹੀਂ ਲੱਗੇ ਕਦੇ ਹੱਥ ਕੁੜੀ ਦੇ। ਮੀਡੀਆ 'ਚ ਅੱਜ ਕੱਲ ਫੁੱਲ ਚਰਚਾ, ਮੁੰਡੇ ਵਾਲਿਆਂ ਨੇ ਸਾਰਾ ਕੀਤਾ ਖਰਚਾ। ਭੁੱਲ ਗਈ ਕੈਨੇਡਾ 'ਚ ਪੈਰ ਧਰ ਕੇ 22 ਸਾਲਾ ਪੁੱਤ ਸਲਫਾਸ ਖਾ ਗਿਆ। ਇਹ ਸਾਰੀ ਜਿਹੜੀ ਵੀਡੀਓ ਇਸ ਦੇ ਵਿੱਚ ਦਰਸਾਈ ਗਈ ਹੈ, ਇਸ ਵੀਡੀਓ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਕਿ ਲਵਪ੍ਰੀਤ ਲਾਡੀ ਅਤੇ ਬੇਅੰਤ ਕੌਰ ਦੀ ਸਾਰੀ ਕਹਾਣੀ ਨੂੰ ਬਾਖੂਬੀ ਤਰੀਕੇ ਦੇ ਨਾਲ ਵਧੀਆ ਬੋਲ ਦੇ ਕੇ ਪੇਸ਼ਕਾਰੀ ਕੀਤੀ ਹੋਵੇ। ਦਰਅਸਲ ਹੋ ਵੀ ਅਜਿਹਾ ਹੀ ਰਿਹਾ, ਕਿਉਂਕਿ ਇੱਕ ਨਹੀਂ ਸਗੋਂ ਹੁਣ ਤੱਕ ਕਿੰਨੇ ਹੀ ਅਜਿਹੇ ਕੇਸ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਮੁੰਡਿਆਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ, ਕਿਉਂਕਿ ਉਹਨਾਂ ਦੀਆਂ ਪਤਨੀਆਂ ਬਾਹਰ ਬੈਠੀਆਂ ਨੇ। ਅਜਿਹੇ ਕਿੰਨੇ ਹੀ ਕੇਸ ਲਟਕ ਵੀ ਰਹੇ ਨੇ ਜੋ ਕਿ NRI ਵਿੰਗ ਦੇ ਕੋਲ ਪਏ ਹੋਏ ਨੇ, ਅਤੇ ਇਹਨਾਂ ਸਾਰੇ ਮੁੰਡਿਆਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਲਦ ਹੀ ਇਨਸਾਫ ਮਿਲੇਗਾ। ਇੱਕ ਵਾਰੀ ਸੁਣ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਸ ਗਾਣੇ ਨੂੰ ਫਿਲਮਾਇਆ ਗਿਆ ਅਤੇ ਰਵਿੰਦਰ ਗਰੇਵਾਲ ਦੇ ਇਸ ਗਾਣੇ ਦੇ ਵਿੱਚ ਕੀ ਬੋਲ ਨੇ। ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ। ਇੰਡੀਆ 'ਚ ਅੱਜ ਕੱਲ ਫੁੱਲ ਚਰਚਾ। ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਇਸ ਵੀਡੀਓ ਦੇ ਵਿੱਚ ਇੱਕ ਕੁੜੀ ਵੀਜ਼ਾ ਲੈ ਕੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆਉਂਦੀ ਹੈ, ਆਪਣੀਆਂ ਹੀ ਫੋਟੋਆਂ ਖਿੱਚ ਰਹੀ ਹੁੰਦੀ ਹੈ, ਪਰ ਦੂਸਰੇ ਪਾਸੇ ਜਦੋਂ ਉਹ ਬਾਹਰ ਚਲੀ ਜਾਂਦੀ ਹੈ ਤਾਂ ਮੁੰਡਾ ਪਰੇਸ਼ਾਨ ਹੁੰਦਾ ਹੈ, ਹੱਥ ਦੇ ਵਿੱਚ ਫੋਨ ਫੜ ਕੇ ਬੈਠਦਾ ਹੈ। ਖੇਤਾਂ ਦੇ ਵਿੱਚ ਬੈਠਾ ਇੱਕ ਨੌਜਵਾਨ ਗੱਭਰੂ ਸਰਦਾਰ ਮੁੰਡਾ ਦਿਖਾਇਆ ਗਿਆ, ਹੱਥ ਦੇ ਵਿੱਚ ਫੋਨ ਸੀ ਅਤੇ ਉਸ ਫੋਨ ਦੇ ਵਿੱਚ ਉਸਨੇ ਦੇਖਿਆ ਕਿ ਉਸ ਦੀ ਪਤਨੀ ਉਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਖੜੀ ਹੈ। ਰਵਿੰਦਰ ਗਰੇਵਾਲ ਦੇ ਇਸ ਪੰਜਾਬੀ ਗਾਣੇ ਦੇ ਵਿੱਚ ਹੋਰ ਵੀ ਕਾਫੀ ਗੱਲਾਂ ਨੂੰ ਦਰਸਾਇਆ ਗਿਆ। ਇਸ ਗਾਣੇ ਦੀ ਚਰਚਾ ਕੀਤੀ ਜਾ ਰਹੀ ਹੈ ਕਿ ਕਿਵੇਂ ਕੁੜੀਆਂ ਮੁੰਡਿਆਂ ਦੇ ਪੈਸੇ ਲਗਵਾ ਕੇ ਉਹਨਾਂ ਨੂੰ ਛੱਡ ਕੇ ਕੈਨੇਡਾ ਚਲੀਆਂ ਜਾਂਦੀਆਂ ਨੇ ਅਤੇ ਉੱਥੇ ਜਾ ਕੇ ਕਿਸੇ ਹੋਰ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀਆਂ ਨੇ, ਪਤੀ ਨੂੰ ਮਰਨ ਦੇ ਲਈ ਮਜਬੂਰ ਕਰਦੀਆਂ ਨੇ ਹਰਕਤਾਂ, ਜਿਸ ਕਰਕੇ ਗਾਣੇ ਦੇ ਵਿੱਚ ਸਾਰੀਆਂ ਗੱਲਾਂ ਨੂੰ ਬਾਖੂਬੀ ਦਰਸਾਇਆ ਗਿਆ। ਇਹ ਗਾਣਾ ਪੁਰਾਣੇ ਅਤੇ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਹੈ। ਬਦਲਦੇ ਹਾਲਾਤ, ਬਦਲਦੀ ਜਵਾਨੀ ਬਾਰੇ ਇਸ ਗਾਣੇ ਦੇ ਵਿੱਚ ਬਾਖੂਬੀ ਤੌਰ ਤੇ ਗੱਲ ਕੀਤੀ ਗਈ ਹੈ। ਦੱਸ ਦਈਏ ਕਿ ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਦੇ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ਦੇ ਵਿੱਚ ਵੱਡੀ ਖਬਰ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਅਤੇ ਬੇਅੰਤ ਕੌਰ ਤੇ 306 ਦਾ ਪਰਚਾ ਦਰਜ ਕਰ ਲਿਆ ਗਿਆ। ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਸਪਸ਼ਟ ਹੋ ਚੁੱਕਿਆ ਸੀ ਕਿ ਲਵਪ੍ਰੀਤ ਦੀ ਮੌਤ ਜ਼ਹਿਰੀਲੀ ਚੀਜ਼ ਪੀਣ ਦੇ ਕਾਰਨ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਦਵਾਈ ਕਲੋਰੋ ਹੀ ਹੈ, ਜਿਹੜੀ ਕਿ ਉਹ ਖੇਤਾਂ ਦੇ ਵਿੱਚ ਛਿੜਕਣ ਦੇ ਲਈ ਖੇਤਾਂ ਦੇ ਵਿੱਚ ਹੀ ਰੱਖੀ ਹੋਈ ਸੀ ਅਤੇ ਉਸੇ ਦਿਨ ਲਾਡੀ ਖੇਤਾਂ ਦੇ ਵਿੱਚ ਗਿਆ ਅਤੇ ਉਸਨੇ ਉਹ ਦਵਾਈ ਪੀ ਲਈ।
ਲਵਪ੍ਰੀਤ ਲਾਡੀ ਦੇ ਵਕੀਲਾਂ ਦੇ ਵੱਲੋਂ ਵੀ ਸਪਸ਼ਟ ਤੌਰ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨੇ ਲੰਬੀ ਜਹਿਦ ਕੀਤੀ, ਜਦੋਂ ਕਿ 306 ਦਾ ਪਰਚਾ ਬੇਅੰਤ ਕੌਰ ਤੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਪਰ ਇਸ ਦੇ ਬਾਵਜੂਦ ਵੀ ਬੇਅੰਤ ਕੌਰ ਦੇ ਮਾਤਾ-ਪਿਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ, ਜਿਸ ਕਰਕੇ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਪਰ ਹੁਣ ਲਈ ਵੀ ਇਹ ਸਾਰਾ ਮਾਮਲਾ ਲਟਕਿਆ ਹੋਇਆ ਹੈ। ਇੱਕ ਫੋਟੋ ਜਿਹੜੇ ਮੁੰਡੇ ਦੇ ਨਾਲ ਬੇਅੰਤ ਕੌਰ ਦੀ ਫੋਟੋ ਵਾਇਰਲ ਹੁੰਦੀ ਹੈ, ਉਹ ਰਬਦੀਪ ਸਿੰਘ ਜੋਹਲ ਦੱਸਿਆ ਜਾ ਰਿਹਾ ਹੈ। ਉਸ ਲੜਕੇ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜਿਸ ਤਰ੍ਹਾਂ ਕਿ ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ ਦੱਸਿਆ ਗਿਆ ਸੀ। ਪੰਜਾਬ ਵਾਲੇ ਵਕੀਲ ਸੁਨੀਲ ਮੱਲਣ ਦੇ ਵੱਲੋਂ ਦੱਸਿਆ ਗਿਆ ਸੀ ਕਿ ਨਾ ਸਿਰਫ ਰਬਦੀਪ ਜੋਹਲ ਸਗੋਂ ਉਹਨਾਂ ਸਾਰੀਆਂ ਕੁੜੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੇਅੰਤ ਕੌਰ ਦੀ ਕੋਈ ਵੀ ਮਦਦ ਕੀਤੀ ਹੈ। ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਕੇਸ ਦੇ ਵਿੱਚ ਨਵਾਂ ਰੁਖ ਕੀ ਆਉਂਦਾ ਹੈ, ਪਰ 2 ਮਹੀਨੇ ਸਮਾਂ ਬੀਤਣ ਤੋਂ ਬਾਅਦ 2 ਮਹੀਨੇ ਤੋਂ ਜਿਹੜੀ ਮੰਗ ਚੱਲ ਰਹੀ ਸੀ ਬੇਅੰਤ ਕੌਰ ਨੂੰ ਡਿਪੋਰਟ ਕਰਵਾਉਣ ਦੀ, ਹਾਲਾਂਕਿ ਉਸ ਪ੍ਰੋਸੀਜਰ ਨੂੰ ਕਾਫੀ ਲੰਬਾ ਦੱਸਿਆ ਜਾ ਰਿਹਾ ਹੈ। ਪਰ ਕੈਨੇਡਾ ਵਾਲੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਹ ਧਾਰਾਵਾਂ ਨਾ ਵੀ ਲੱਗੀਆਂ ਹੁੰਦੀਆਂ ਫਿਰ ਵੀ ਬੇਅੰਤ ਕੌਰ ਨੇ ਡਿਪੋਰਟ ਜ਼ਰੂਰ ਹੋ ਜਾਣਾ ਸੀ। ਉਸ ਦੇ ਪਿੱਛੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬੇਅੰਤ ਕੌਰ ਦੇ ਵੱਲੋਂ ਜਿਹੜੀ ਐਪਲੀਕੇਸ਼ਨ ਲਿਖੀ ਗਈ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਗਈਆਂ ਨੇ। ਉਹ ਸਾਰੀਆਂ ਗਲਤੀਆਂ ਲਾਡੀ ਦੇ ਵਕੀਲਾਂ ਦੇ ਵੱਲੋਂ ਫੜ ਲਈਆਂ ਗਈਆਂ ਅਤੇ ਹੁਣ ਉਹ ਸਾਰੀਆਂ ਗਲਤੀਆਂ ਨੂੰ ਨੋਟ ਕਰਦੇ ਹੋਏ ਕੈਨੇਡਾ ਸਰਕਾਰ ਦੇ ਧਿਆਨ ਦੇ ਵਿੱਚ ਜਲਦ ਹੀ ਲਿਆਇਆ ਜਾਵੇਗਾ, ਤਾਂ ਕਿ ਸਾਰੀ ਸੱਚਾਈ ਹੈ ਜਿਹੜੀ ਉਹ ਸਰਕਾਰ ਦੇ ਸਾਹਮਣੇ ਰੱਖੀ ਜਾ ਸਕੇ ਕਿ ਕੈਨੇਡਾ ਸਰਕਾਰ ਦੇ ਨਾਲ ਵੀ ਬੇਅੰਤ ਕੌਰ ਦੇ ਵੱਲੋਂ ਧੋਖਾ ਕੀਤਾ ਗਿਆ ਹੈ। ਇੱਕ ਵਾਰ ਫਿਰ ਤੋਂ ਸੁਣ ਲੈਂਦੇ ਹਾਂ ਕਿ ਰਵਿੰਦਰ ਗਰੇਵਾਲ ਦੇ ਵੱਲੋਂ ਇਸ ਗਾਣੇ ਦੇ ਵਿੱਚ ਕਿਵੇਂ ਵੀਡੀਓ ਦਰਸਾਈ ਗਈ ਹੈ ਤੇ ਕਿਵੇਂ ਜਿਹੜੀਆਂ ਕੁੜੀਆਂ ਆਈਲੈਟਸ ਕਰ ਲੈਂਦੀਆਂ ਨੇ, ਬਾਹਰ ਜਾਂਦੀਆਂ ਨੇ, ਮੁੰਡੇ ਦੇ ਪੈਸੇ ਲਵਾਉਂਦੀਆਂ ਨੇ ਅਤੇ ਉਸ ਤੋਂ ਬਾਅਦ ਮਜਬੂਰ ਕਰਦੀਆਂ ਨੇ ਆਪਣੇ ਪਤੀ ਨੂੰ ਮਰਨ ਦੇ ਲਈ। ਉਸ ਨੂੰ ਲੈ ਕੇ ਇਹ ਸਾਰਾ ਗਾਣਾ ਕਿਸ ਤਰ੍ਹਾਂ ਦੇ ਨਾਲ ਫਿਲਮਾਇਆ ਗਿਆ ਹੈ। ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ, ਇੰਡੀਆ 'ਚ ਅੱਜ ਕੱਲ ਫੁੱਲ ਚਰਚਾ। ਇਹ ਗਾਣੇ ਦੇ ਬੋਲ ਤੁਸੀਂ ਹੁਣ ਤੱਕ ਜ਼ਰੂਰ ਸੁਣ ਲਏ ਹੋਣਗੇ ਕਿ ਆਈਲੈਟਸ ਚੋਂ ਬੈਂਡ 7 ਕੁੜੀ ਦੇ ਕੰਮ ਨੂੰ ਨਹੀਂ ਲੱਗੇ ਕਦੇ ਹੱਥ ਕੁੜੀ ਦੇ, ਮੀਡੀਆ 'ਚ ਅੱਜ ਕੱਲ ਫੁੱਲ ਚਰਚਾ, ਮੁੰਡੇ ਵਾਲਿਆਂ ਨੇ ਸਾਰਾ ਕੀਤਾ ਖਰਚਾ। ਭੁੱਲ ਗਈ ਕੈਨੇਡਾ 'ਚ ਪੈਰ ਧਰ ਕੇ 22 ਸਾਲਾ ਪੁੱਤ ਸਲਫਾਸ ਖਾ ਗਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਸੂਝਵਾਨ ਲੋਕ ਚਿੰਤਿਤ ਨੇ, ਕਿਉਂਕਿ ਪੰਜਾਬ ਦੀ ਜਵਾਨੀ ਜਿੱਥੇ ਨਸ਼ਿਆਂ ਪਿੱਛੇ ਲੱਗ ਕੇ ਖਰਾਬ ਹੋ ਰਹੀ ਹੈ, ਉੱਥੇ ਹੀ ਬਾਹਰ ਜਾਣ ਦਾ ਸੁਪਨਾ ਲੈ ਕੇ ਬੈਠੇ ਵੀ ਕਈ ਪਤੀ ਆਪਣੀ ਜ਼ਿੰਦਗੀਆਂ ਤੋਂ ਹੱਥ ਧੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਪਤਨੀਆਂ ਉਹਨਾਂ ਨੂੰ ਧੋਖਾ ਦੇ ਰਹੀਆਂ ਨੇ, ਜਿਸ ਕਰਕੇ ਉਹ ਮਰਨ ਦੇ ਲਈ ਮਜਬੂਰ ਹੋ ਰਹੇ ਨੇ। ਅਜਿਹਾ ਮਾਮਲਾ ਆਇਆ ਸਾਹਮਣੇ ਜਿਸ ਦੇ ਵਿੱਚ ਕਿ ਨਾਲਾ ਦੇ ਰਹਿਣ ਵਾਲੇ ਲਵਪ੍ਰੀਤ ਲਾਡੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ, ਆਪਣੀ ਜਾਨ ਗਵਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਬੇਅੰਤ ਕੌਰ ਤੇ ਨਾ ਸਿਰਫ 420 ਦਾ ਸਗੋਂ 306 ਦਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਜਿੱਥੇ ਪਹਿਲਾਂ ਕਈ ਜਥੇਬੰਦੀਆਂ ਦੇ ਵੱਲੋਂ ਲਵਪ੍ਰੀਤ ਲਾਡੀ ਦੇ ਪਰਿਵਾਰ ਦਾ ਸਾਥ ਦਿੱਤਾ ਜਾ ਰਿਹਾ ਸੀ, ਉੱਥੇ ਹੀ ਹੁਣ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ ਰਵਿੰਦਰ ਗਰੇਵਾਲ ਦੇ ਇੱਕ ਗਾਣੇ ਦੇ ਵਿੱਚ। ਜਵਾਨੀ 84 ਤੋਂ ਲੈ ਕੇ 2021 ਇਸ ਗਾਣੇ ਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਹਾਲਾਤ ਬਦਲਦੇ ਜਾ ਰਹੇ ਨੇ ਅਤੇ ਨੌਜਵਾਨਾਂ ਦੇ ਉੱਪਰ ਇਸ ਦਾ ਕੀ ਅਸਰ ਪੈ ਰਿਹਾ ਹੈ। ਇਹ ਗਾਣੇ ਦੇ ਬੋਲ ਤੁਸੀਂ ਹੁਣ ਤੱਕ ਜ਼ਰੂਰ ਸੁਣ ਲਏ ਹੋਣਗੇ ਕਿ ਆਈਲੈਟਸ ਚੋਂ ਬੈਂਡ 7 ਕੁੜੀ ਦੇ ਕੰਮ ਨੂੰ ਨਹੀਂ ਲੱਗੇ ਕਦੇ ਹੱਥ ਕੁੜੀ ਦੇ, ਮੀਡੀਆ 'ਚ ਅੱਜ ਕੱਲ ਫੁੱਲ ਚਰਚਾ, ਮੁੰਡੇ ਵਾਲਿਆਂ ਨੇ ਸਾਰਾ ਕੀਤਾ ਖਰਚਾ। ਭੁੱਲ ਗਈ ਕੈਨੇਡਾ 'ਚ ਪੈਰ ਧਰ ਕੇ 22 ਸਾਲਾ ਪੁੱਤ ਸਲਫਾਸ ਖਾ ਗਿਆ। ਇਹ ਸਾਰੀ ਜਿਹੜੀ ਵੀਡੀਓ ਇਸ ਦੇ ਵਿੱਚ ਦਰਸਾਈ ਗਈ ਹੈ, ਇਸ ਵੀਡੀਓ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਕਿ ਲਵਪ੍ਰੀਤ ਲਾਡੀ ਅਤੇ ਬੇਅੰਤ ਕੌਰ ਦੀ ਸਾਰੀ ਕਹਾਣੀ ਨੂੰ ਬਾਖੂਬੀ ਤਰੀਕੇ ਦੇ ਨਾਲ ਵਧੀਆ ਬੋਲ ਦੇ ਕੇ ਪੇਸ਼ਕਾਰੀ ਕੀਤੀ ਹੋਵੇ। ਦਰਅਸਲ ਹੋ ਵੀ ਅਜਿਹਾ ਹੀ ਰਿਹਾ, ਕਿਉਂਕਿ ਇੱਕ ਨਹੀਂ ਸਗੋਂ ਹੁਣ ਤੱਕ ਕਿੰਨੇ ਹੀ ਅਜਿਹੇ ਕੇਸ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਮੁੰਡਿਆਂ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ, ਕਿਉਂਕਿ ਉਹਨਾਂ ਦੀਆਂ ਪਤਨੀਆਂ ਬਾਹਰ ਬੈਠੀਆਂ ਨੇ। ਅਜਿਹੇ ਕਿੰਨੇ ਹੀ ਕੇਸ ਲਟਕ ਵੀ ਰਹੇ ਨੇ ਜੋ ਕਿ NRI ਵਿੰਗ ਦੇ ਕੋਲ ਪਏ ਹੋਏ ਨੇ ਅਤੇ ਇਹਨਾਂ ਸਾਰੇ ਮੁੰਡਿਆਂ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਲਦ ਹੀ ਇਨਸਾਫ ਮਿਲੇਗਾ। ਇੱਕ ਵਾਰੀ ਸੁਣ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਸ ਗਾਣੇ ਨੂੰ ਫਿਲਮਾਇਆ ਗਿਆ ਅਤੇ ਰਵਿੰਦਰ ਗਰੇਵਾਲ ਦੇ ਇਸ ਗਾਣੇ ਦੇ ਵਿੱਚ ਕੀ ਬੋਲ ਨੇ। ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ, ਇੰਡੀਆ 'ਚ ਅੱਜ ਕੱਲ ਫੁੱਲ ਚਰਚਾ।
ਤਾਂ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਨਾਲ ਇਸ ਵੀਡੀਓ ਦੇ ਵਿੱਚ ਇੱਕ ਕੁੜੀ ਵੀਜ਼ਾ ਲੈ ਕੇ ਬਹੁਤ ਜ਼ਿਆਦਾ ਖੁਸ਼ ਨਜ਼ਰ ਆਉਂਦੀ ਹੈ, ਆਪਣੀਆਂ ਹੀ ਫੋਟੋਆਂ ਖਿੱਚ ਰਹੀ ਹੁੰਦੀ ਹੈ। ਪਰ ਦੂਸਰੇ ਪਾਸੇ ਜਦੋਂ ਉਹ ਬਾਹਰ ਚਲੀ ਜਾਂਦੀ ਹੈ ਤਾਂ ਮੁੰਡਾ ਪਰੇਸ਼ਾਨ ਹੁੰਦਾ ਹੈ, ਹੱਥ ਦੇ ਵਿੱਚ ਫੋਨ ਫੜ ਕੇ ਬੈਠਦਾ ਹੈ। ਖੇਤਾਂ ਦੇ ਵਿੱਚ ਬੈਠਾ ਇੱਕ ਨੌਜਵਾਨ ਗੱਭਰੂ ਸਰਦਾਰ ਮੁੰਡਾ ਦਿਖਾਇਆ ਗਿਆ, ਹੱਥ ਦੇ ਵਿੱਚ ਫੋਨ ਸੀ ਅਤੇ ਉਸ ਫੋਨ ਦੇ ਵਿੱਚ ਉਸਨੇ ਦੇਖਿਆ ਕਿ ਉਸਦੀ ਪਤਨੀ ਉਹ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਖੜੀ ਹੈ। ਰਵਿੰਦਰ ਗਰੇਵਾਲ ਦੇ ਇਸ ਪੰਜਾਬੀ ਗਾਣੇ ਦੇ ਵਿੱਚ ਹੋਰ ਵੀ ਕਾਫੀ ਗੱਲਾਂ ਨੂੰ ਦਰਸਾਇਆ ਗਿਆ। ਇਸ ਗਾਣੇ ਦੀ ਚਰਚਾ ਕੀਤੀ ਜਾ ਰਹੀ ਹੈ ਕਿ ਕਿਵੇਂ ਕੁੜੀਆਂ ਮੁੰਡਿਆਂ ਦੇ ਪੈਸੇ ਲਗਵਾ ਕੇ ਉਹਨਾਂ ਨੂੰ ਛੱਡ ਕੇ ਕੈਨੇਡਾ ਚਲੀਆਂ ਜਾਂਦੀਆਂ ਨੇ ਅਤੇ ਉੱਥੇ ਜਾ ਕੇ ਕਿਸੇ ਹੋਰ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦੀਆਂ ਨੇ। ਪਤੀ ਨੂੰ ਮਰਨ ਦੇ ਲਈ ਮਜਬੂਰ ਕਰਦੀਆਂ ਨੇ ਹਰਕਤਾਂ, ਜਿਸ ਕਰਕੇ ਗਾਣੇ ਦੇ ਵਿੱਚ ਸਾਰੀਆਂ ਗੱਲਾਂ ਨੂੰ ਬਾਖੂਬੀ ਦਰਸਾਇਆ ਗਿਆ। ਇਹ ਗਾਣਾ ਪੁਰਾਣੇ ਅਤੇ ਅੱਜਕੱਲ੍ਹ ਦੇ ਹਾਲਾਤਾਂ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਹੈ। ਬਦਲਦੇ ਹਾਲਾਤ, ਬਦਲਦੀ ਜਵਾਨੀ ਬਾਰੇ ਇਸ ਗਾਣੇ ਦੇ ਵਿੱਚ ਬਾਖੂਬੀ ਤੌਰ ਤੇ ਗੱਲ ਕੀਤੀ ਗਈ ਹੈ। ਦੱਸਦੇ ਕਿ ਬਰਨਾਲਾ ਦੇ ਨੌਜਵਾਨ ਲਵਪ੍ਰੀਤ ਸਿੰਘ ਲਾਡੀ ਦੇ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ਦੇ ਵਿੱਚ ਵੱਡੀ ਖਬਰ ਉਸ ਸਮੇਂ ਸਾਹਮਣੇ ਆਈ ਸੀ ਜਦੋਂ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਅਤੇ ਬੇਅੰਤ ਕੌਰ ਤੇ 306 ਦਾ ਪਰਚਾ ਦਰਜ ਕਰ ਲਿਆ ਗਿਆ। ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਸਪਸ਼ਟ ਹੋ ਚੁੱਕਿਆ ਸੀ ਕਿ ਲਵਪ੍ਰੀਤ ਦੀ ਮੌਤ ਜ਼ਹਿਰੀਲੀ ਚੀਜ਼ ਪੀਣ ਦੇ ਕਾਰਨ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਦਵਾਈ ਕਲੋਰੋ ਹੀ ਹੈ, ਜਿਹੜੀ ਕਿ ਉਹ ਖੇਤਾਂ ਦੇ ਵਿੱਚ ਛਿੜਕਣ ਦੇ ਲਈ ਖੇਤਾਂ ਦੇ ਵਿੱਚ ਹੀ ਰੱਖੀ ਹੋਈ ਸੀ ਅਤੇ ਉਸੇ ਦਿਨ ਲਾਡੀ ਖੇਤਾਂ ਦੇ ਵਿੱਚ ਗਿਆ ਅਤੇ ਉਸਨੇ ਉਹ ਦਵਾਈ ਪੀ ਲਈ। ਲਵਪ੍ਰੀਤ ਲਾਡੀ ਦੇ ਵਕੀਲਾਂ ਦੇ ਵੱਲੋਂ ਵੀ ਸਪਸ਼ਟ ਤੌਰ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਰਿਵਾਰ ਨੇ ਲੰਬੀ ਜਹਿਦ ਕੀਤੀ, ਜਦੋਂ ਕਿ 306 ਦਾ ਪਰਚਾ ਬੇਅੰਤ ਕੌਰ ਤੇ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਪਰ ਇਸ ਦੇ ਬਾਵਜੂਦ ਵੀ ਬੇਅੰਤ ਕੌਰ ਦੇ ਮਾਤਾ-ਪਿਤਾ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ, ਜਿਸ ਕਰਕੇ ਲਵਪ੍ਰੀਤ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਪਰ ਹੁਣ ਲਈ ਵੀ ਇਹ ਸਾਰਾ ਮਾਮਲਾ ਲਟਕਿਆ ਹੋਇਆ ਹੈ। ਇੱਕ ਫੋਟੋ ਜਿਹੜੇ ਮੁੰਡੇ ਦੇ ਨਾਲ ਬੇਅੰਤ ਕੌਰ ਦੀ ਫੋਟੋ ਵਾਇਰਲ ਹੁੰਦੀ ਹੈ, ਉਹ ਰਬਦੀਪ ਸਿੰਘ ਜੋਹਲ ਦੱਸਿਆ ਜਾ ਰਿਹਾ ਹੈ। ਉਸ ਲੜਕੇ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ, ਜਿਸ ਤਰ੍ਹਾਂ ਕਿ ਲਵਪ੍ਰੀਤ ਲਾਡੀ ਦੇ ਵਕੀਲ ਦੇ ਵੱਲੋਂ ਦੱਸਿਆ ਗਿਆ ਸੀ। ਪੰਜਾਬ ਵਾਲੇ ਵਕੀਲ ਸੁਨੀਲ ਮੱਲਣ ਦੇ ਵੱਲੋਂ ਦੱਸਿਆ ਗਿਆ ਸੀ ਕਿ ਨਾ ਸਿਰਫ ਰਬਦੀਪ ਜੋਹਲ ਸਗੋਂ ਉਹਨਾਂ ਸਾਰੀਆਂ ਕੁੜੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੇਅੰਤ ਕੌਰ ਦੀ ਕੋਈ ਵੀ ਮਦਦ ਕੀਤੀ ਹੈ। ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਕੇਸ ਦੇ ਵਿੱਚ ਨਵਾਂ ਰੁਖ ਕੀ ਆਉਂਦਾ ਹੈ। ਪਰ 2 ਮਹੀਨੇ ਸਮਾਂ ਬੀਤਣ ਤੋਂ ਬਾਅਦ 2 ਮਹੀਨੇ ਤੋਂ ਜਿਹੜੀ ਮੰਗ ਚੱਲ ਰਹੀ ਸੀ ਬੇਅੰਤ ਕੌਰ ਨੂੰ ਡਿਪੋਰਟ ਕਰਵਾਉਣ ਦੀ, ਹਾਲਾਂਕਿ ਉਸ ਪ੍ਰੋਸੀਜਰ ਨੂੰ ਕਾਫੀ ਲੰਬਾ ਦੱਸਿਆ ਜਾ ਰਿਹਾ ਹੈ। ਪਰ ਕੈਨੇਡਾ ਵਾਲੇ ਵਕੀਲ ਦਾ ਕਹਿਣਾ ਹੈ ਕਿ ਜੇਕਰ ਇਹ ਧਾਰਾਵਾਂ ਨਾ ਵੀ ਲੱਗੀਆਂ ਹੁੰਦੀਆਂ ਫਿਰ ਵੀ ਬੇਅੰਤ ਕੌਰ ਨੇ ਡਿਪੋਰਟ ਜ਼ਰੂਰ ਹੋ ਜਾਣਾ ਸੀ। ਉਸ ਦੇ ਪਿੱਛੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਬੇਅੰਤ ਕੌਰ ਦੇ ਵੱਲੋਂ ਜਿਹੜੀ ਐਪਲੀਕੇਸ਼ਨ ਲਿਖੀ ਗਈ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਗਈਆਂ ਨੇ। ਉਹ ਸਾਰੀਆਂ ਗਲਤੀਆਂ ਲਾਡੀ ਦੇ ਵਕੀਲਾਂ ਦੇ ਵੱਲੋਂ ਫੜ ਲਈਆਂ ਗਈਆਂ ਅਤੇ ਹੁਣ ਉਹ ਸਾਰੀਆਂ ਗਲਤੀਆਂ ਨੂੰ ਨੋਟ ਕਰਦੇ ਹੋਏ ਕੈਨੇਡਾ ਸਰਕਾਰ ਦੇ ਧਿਆਨ ਦੇ ਵਿੱਚ ਜਲਦ ਹੀ ਲਿਆਇਆ ਜਾਵੇਗਾ, ਤਾਂ ਕਿ ਸਾਰੀ ਸੱਚਾਈ ਹੈ ਜਿਹੜੀ ਉਹ ਸਰਕਾਰ ਦੇ ਸਾਹਮਣੇ ਰੱਖੀ ਜਾ ਸਕੇ ਕਿ ਕੈਨੇਡਾ ਸਰਕਾਰ ਦੇ ਨਾਲ ਵੀ ਬੇਅੰਤ ਕੌਰ ਦੇ ਵੱਲੋਂ ਧੋਖਾ ਕੀਤਾ ਗਿਆ ਹੈ। ਇੱਕ ਵਾਰ ਫਿਰ ਤੋਂ ਸੁਣ ਲੈਂਦੇ ਹਾਂ ਕਿ ਰਵਿੰਦਰ ਗਰੇਵਾਲ ਦੇ ਵੱਲੋਂ ਇਸ ਗਾਣੇ ਦੇ ਵਿੱਚ ਕਿਵੇਂ ਵੀਡੀਓ ਦਰਸਾਈ ਗਈ ਹੈ ਤੇ ਕਿਵੇਂ ਜਿਹੜੀਆਂ ਕੁੜੀਆਂ ਆਈਲੈਟਸ ਕਰ ਲੈਂਦੀਆਂ ਨੇ, ਬਾਹਰ ਜਾਂਦੀਆਂ ਨੇ, ਮੁੰਡੇ ਦੇ ਪੈਸੇ ਲਵਾਉਂਦੀਆਂ ਨੇ ਅਤੇ ਉਸ ਤੋਂ ਬਾਅਦ ਮਜਬੂਰ ਕਰਦੀਆਂ ਨੇ ਆਪਣੇ ਪਤੀ ਨੂੰ ਮਰਨ ਦੇ ਲਈ। ਉਸ ਨੂੰ ਲੈ ਕੇ ਇਹ ਸਾਰਾ ਗਾਣਾ ਕਿਸ ਤਰ੍ਹਾਂ ਦੇ ਨਾਲ ਫਿਲਮਾਇਆ ਗਿਆ ਹੈ।